ਸਾਡੇ ਮਾਨਯੋਗ ਪ੍ਰਧਾਨ ਸਾਹਿਬ ਆ, ਉਹਨਾਂ ਦਾ ਸਿਰਫ ਜ਼ੀਰੋ ਤੋੜਨ ਦਾ ਟਾਰਗੇਟ, ਸਿਰਫ ਨਿੱਜੀ ਲਾਲਸਾ ਕਿ ਮੈਂ ਐਮਐਲਏ ਬਣ ਜਾ ਕਿਸੇ ਤਰੀਕੇ ਨਾਲ, ਜਿਹਦੇ ਲਈ ਉਹ ਅੱਜ ਕੱਲ੍ਹ ਫਗਵਾੜੇ ਦੇ ਘਰ ਘਰ ਜਾ ਰਹੇ ਆ, ਦਰ ਦਰ ਫਿਰ ਰਹੇ ਆ, ਅਲਖ ਜਗਾ ਰਹੇ ਆ। ਉਹ ਸਾਰੀ ਸਿਰਫ ਉਹਨਾਂ ਦੀ ਨਿੱਜੀ ਲਾਲਸਾ ਆ ਵੀ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ, ਪ੍ਰਮੋਸ਼ਨ ਕਰਨ ਦੇ ਲਈ। ਅਤੇ ਉਹਨਾਂ ਨੇ ਇੱਦਾਂ ਦੀ ਸਾਨੂੰ ਹਾਲਾਤਾਂ 'ਚ ਲਿਆ ਕੇ ਖੜ੍ਹੇ ਕਰ ਦਿੱਤਾ। ਸਾਰੇ ਪੰਜਾਬ ਦੇ ਵਰਕਰ 'ਚ ਨਿਰਾਸ਼ਾ ਆ। ਐਡਾ ਵੱਡਾ ਅਲਾਈਅੰਸ ਹੋਇਆ ਹੋਵੇ, ਐਡੀ ਵੱਡੀ ਸਾਡੀ ਨੈਸ਼ਨਲ ਪਾਰਟੀ ਆ, ਅਕਾਲੀ ਦਲ ਜਿਹੜਾ ਉਹ ਸਟੇਟ ਲੈਵਲ ਦੀ ਪਾਰਟੀ ਆ। ਸਾਡਾ ਜਦੋਂ ਦੋਨਾਂ ਧਿਰਾਂ ਦਾ ਅਲਾਈਅੰਸ ਹੋਣ ਤੋਂ ਬਾਅਦ ਵਰਕਰ ਦਾ ਮਨੋਬਲ ਅਪ ਹੋਣਾ ਚਾਹੀਦਾ, ਹੋਰ ਬੂਸਟ ਅਪ ਹੋਣਾ ਚਾਹੀਦਾ। ਕਿਤੇ ਨਾ ਕਿਤੇ ਇਹ ਅਲਾਈਅੰਸ ਤੋਂ ਬਾਅਦ 12 ਜੂਨ ਤੋਂ ਬਾਅਦ ਅੱਜ ਤੱਕ ਵਰਕਰ 'ਚ ਨਿਰਾਸ਼ਾ ਆ। ਜਿਹੜੀਆਂ ਸੀਟਾਂ ਅਸੀਂ ਜਿੱਤ ਕੇ ਗਏ ਆ ਅਕਾਲੀ ਦਲ ਦੇ ਨਾਲੋਂ 8-8 10 ਹਜ਼ਾਰ ਨਾਲ 5-5 ਹਜ਼ਾਰ ਨਾਲ ਪਾਰਲੀਮੈਂਟ ਦੀ ਇਲੈਕਸ਼ਨ 'ਚ, ਜਾਂ ਅਸੀਂ ਉੱਥੇ ਮਜ਼ਬੂਤ ਆ, ਉਹ ਸੀਟਾਂ ਛੱਡ ਕੇ ਅਸੀਂ ਕਮਜ਼ੋਰ ਸੀਟਾਂ 'ਤੇ ਦਾਅ ਲਾ ਰਹੇ ਹਾਂ। ਫਿਰ ਕਿਤੇ ਨਾ ਕਿਤੇ ਰਾਜਨੀਤੀ 'ਚ ਅਸੀਂ ਫਿਰ ਜਿਹੜਾ ਉਹ ਜਾਂ ਤਾਂ ਫਿਰ ਪਕੜ ਨਹੀਂ ਰੱਖਦੇ, ਜਾਂ ਫਿਰ ਅਸੀਂ ਜਾਣਕਾਰੀ ਨਹੀਂ ਰੱਖਦੇ। ਬਹੁਜਨ ਸਮਾਜ ਪਾਰਟੀ ਕੋਲ ਕੋਈ ਆਪਸ਼ਨ ਨਹੀਂ ਹੈਗੀ ਆਪਣੇ ਵਰਕਰ ਨੂੰ ਖੁਸ਼ ਰੱਖਣ ਦੇ ਲਈ, ਆਪਣੇ ਵਰਕਰ ਨੂੰ ਨਾਲ ਲੈਣ ਲਈ, ਉਹਨੂੰ ਗਲਵੱਕੜੀ 'ਚ ਲੈਣ ਲਈ, ਉਹਨੂੰ ਨਾਲ ਲੈ ਕੇ ਚੱਲਣ ਦੀ ਸਿਰਫ ਇੱਕੋ ਨਿਸ਼ਾਨਾ ਆ ਵੀ ਜਿਹੜਾ ਕੋਈ ਬੋਲਦਾ ਉਹਦੀ ਜ਼ਬਾਨ ਕੱਟ ਦਿਓ, ਉਹਦੀ ਧੌਣ ਕੱਟ ਦਿਓ, ਉਹਨੂੰ ਪਾਰਟੀ 'ਚੋਂ ਕੱਢ ਦਿਓ, ਉਹਨੂੰ ਠੋਕ ਦਿਓ। ਇਹ ਕਿਤੇ ਨਾ ਕਿਤੇ ਜਿਹੜਾ ਆ ਸਾਡੇ ਅੰਦੋਲਨ ਦੇ ਨਾਲ ਜਿਹੜਾ ਧੱਕਾ ਆ ਔਰ ਤਾਨਾਸ਼ਾਹੀ ਰਵੱਈਆ ਆ। ਮੈਂ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦਾ ਸੱਚਾ ਸਿਪਾਹੀ ਹਾਂ, ਔਰ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦੇ ਵਿੱਚੋਂ ਹੀ ਜਿਹੜਾ ਉਹ ਮੈਂ ਚਾਹਾਂਗਾ, ਜੇ ਮੈਨੂੰ ਲੋਕ ਕਹਿਣਗੇ ਕਿ ਤੁਸੀਂ ਜਿਹੜਾ ਆ ਅਸੀਂ ਤੁਹਾਨੂੰ ਐਮਐਲਏ ਦੇਖਣਾ ਚਾਹੁੰਦੇ ਹਾਂ, ਤਾਂ ਮੈਂ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦੇ ਵਿੱਚੋਂ ਬੀਐਸਪੀ ਦੇ ਵਿੱਚੋਂ ਹੀ ਐਮਐਲਏ ਬਣਨਾ ਚਾਹਾਂਗਾ। ਮੈਨੂੰ ਪਤਾ ਵੀ ਮੈਂ ਬੀਐਸਪੀ ਤੇ ਪੀਐਚਡੀ ਕੀਤੀ ਆ, ਮੈਨੂੰ ਕਿਹਨੂੰ ਕਿੱਦਾਂ ਨਾਲ ਲੈ ਕੇ ਚੱਲਣਾ। ਇਹ ਫਿਰ ਸਾਡੀ ਤਾਂ ਅਸੀਂ ਤਾਂ ਗੈਰਤਮੰਦ ਅਣਖੀ ਲੋਕ ਆ, ਅਸੀਂ ਆਪਣੀ ਅਣਖ ਪਗਾਵਾਂਗੇ, ਫਿਰ ਚਾਹੇ ਸਾਨੂੰ ਉਹਦੇ ਲਈ ਜੋ ਵੀ ਹਿੱਲਾ ਵਰਤਣਾ ਪਵੇ। ਅਸੀਂ ਬੀੜੀਆਂ ਸੈਕਟਾਂ 'ਤੇ ਵਿਕਣ ਵਾਲਾ ਨਾ ਮੇਰਾ ਸਮਾਜ ਆ, ਨਾ ਮੇਰੇ ਲੋਕ ਆ। ਮੈਂ ਆਪਣੇ ਸਮਾਜ ਦੀ, ਆਪਣੇ ਵਰਕਰ ਦੀ ਲੜਾਈ ਲੜਦਾ, ਮੈਂ ਕੋਈ ਨਿੱਜੀ ਲੜਾਈ ਨਹੀਂ ਲੜਦਾ। 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਹਰੇਕ ਪਾਸੇ ਆ ਉਹ ਸਰਗਰਮੀਆਂ ਆ ਉਹ ਸ਼ੁਰੂ ਹੋ ਚੁੱਕੀਆਂ ਨੇ, ਜਿੱਥੇ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੋ ਚੁੱਕਾ ਆ, ਜਿੱਥੇ ਕਈ ਪਾਸੋਂ ਜਿਹੜੀ ਆ ਇਸ ਸਮਝੌਤੇ ਦੀ ਅਕਾਲੀ ਦਲ ਔਰ ਬਸਪਾ ਦੇ ਜਿਹੜੇ ਨੇਤਾ ਨੇ ਉਹਨਾਂ ਵੱਲੋਂ ਜਿਹੜਾ ਸਵਾਗਤ ਕੀਤਾ ਗਿਆ। ਲੇਕਿਨ ਸੀਟਾਂ ਦੀ ਵੰਡ ਨੂੰ ਲੈ ਕੇ ਕੁਝ ਪਾਸੇ ਜਿਹੜੀ ਆ ਨਾਰਾਜ਼ਗੀ ਕੁਝ ਵਰਕਰਾਂ ਦੇ ਵਿੱਚ ਜਿਹੜੀ ਆ ਜ਼ਰੂਰ ਦੇਖੀ ਗਈ, ਜਿਸ ਨੂੰ ਖਾਸ ਕਰ ਫਲੋਰ ਦੇ ਵਿੱਚ ਅੰਮ੍ਰਿਤਪਾਲ ਭੌਂਸਲੇ ਜੀ ਉਹਨਾਂ ਵੱਲੋਂ ਜਿਹੜਾ ਆ ਇਸ ਦੇ ਉੱਤੇ ਖਾਸ ਨਾਰਾਜ਼ਗੀ ਜਤਾਈ ਗਈ ਕਿ ਜਿਹੜੀਆਂ ਸੀਟਾਂ ਦੀ ਵੰਡ ਸੀ ਉਹ ਠੀਕ ਤਰੀਕੇ ਨਾਲ ਨਹੀਂ ਗਈ। ਜਿਹਦੀਆਂ ਜੇਤੂ ਸੀਟਾਂ ਸੀ ਬਸਪਾ ਦੀਆਂ ਉਹ ਅਕਾਲੀ ਦਲ ਨੂੰ ਦਿੱਤੀਆਂ ਗਈਆਂ। ਇਸ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੇ ਕੁਐਸਚਨ ਚੁੱਕੇ। ਪਹਿਲਾਂ ਤਾਂ ਅੰਮ੍ਰਿਤਪਾਲ ਜੀ, ਪਹਿਲਾਂ ਭੌਂਸਲੇ ਜੀ, ਤੁਹਾਡਾ ਕੀ ਜਿਹੜਾ ਆ ਉਹ ਇਤਰਾਜ਼ ਆ ਜਿਹੜੀਆਂ ਸੀਟਾਂ ਨੂੰ ਲੈ ਕੇ? ਦੇਖੋ, ਅਸੀਂ ਬੜੇ ਲੰਮੇ ਸਮੇਂ ਤੋਂ ਜਹਿਦ ਕਰ ਰਹੇ ਹਾਂ ਕਿ ਪੰਜਾਬ ਦੀ ਰਾਜ ਸੱਤਾ ਤੱਕ ਪਹੁੰਚਿਆ ਜਾਵੇ। 1996 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਮਾਨਯਵਰ ਸਾਹਿਬ ਕਾਂਸ਼ੀ ਰਾਮ ਜੀ ਜਿਹੜੇ ਸੰਸਥਾਪਕ ਬਸਪਾ ਦੇ, ਉਹਨਾਂ ਨਾਲ ਸਮਝੌਤਾ ਕੀਤਾ ਔਰ 4 ਸੀਟਾਂ 'ਤੇ ਅਸੀਂ ਜਿਹੜਾ ਉਹ ਇਲੈਕਸ਼ਨ ਲੜਿਆ। 3 ਸੀਟਾਂ 'ਤੇ ਅਸੀਂ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ ਉਹ ਸਮਝੌਤੇ 'ਚ ਹੁਸ਼ਿਆਰਪੁਰ, ਫਲੋਰ ਅਤੇ ਫਿਰੋਜ਼ਪੁਰ। ਇੱਕ ਜਿਹੜਾ ਅਸੀਂ ਫਰੈਂਡਲੀ ਮੈਚ ਜਿਹੜਾ ਆ ਉਹ ਗੁਰਦਾਸਪੁਰ ਦੇ ਵਿੱਚ ਲੜਿਆ, ਜਿਸ 'ਚੋਂ 3 ਅਸੀਂ ਜਿੱਤਣ 'ਚ ਕਾਮਯਾਬ ਰਹਿ ਗਏ। 8 ਸੀਟਾਂ ਜਿਹੜੀਆਂ ਉਹ ਅਕਾਲੀ ਦਲ ਜਿੱਤਣ 'ਚ ਕਾਮਯਾਬ ਰਿਹਾ। ਉਸ ਸਮਝੌਤੇ ਤੋਂ ਬਾਅਦ ਅਕਾਲੀ ਦਲ ਬਾਦਲ ਨੇ ਸਾਡੀ ਮੂਵਮੈਂਟ ਨੂੰ, ਸਾਡੇ ਅੰਦੋਲਨ ਨੂੰ, ਸਾਹਿਬ ਕਾਂਸ਼ੀ ਰਾਮ ਨੂੰ ਧੋਖਾ ਦੇ ਕੇ ਜਿਹੜਾ ਆ ਉਹ ਬਾਅਦ 'ਚ ਬੀਜੇਪੀ ਦੀ ਸ਼ਰਨ 'ਚ ਜਾ ਕੇ ਚਲੇ ਗਏ। 1996 ਤੋਂ ਲੈ ਕੇ 2021 ਤੱਕ ਅਸੀਂ ਅੱਜ ਤੱਕ ਸੋਚਦੇ ਰਹੇ ਵੀ ਅਕਾਲੀ ਬੀਜੇਪੀ ਦਾ ਅਲਾਈਅੰਸ ਟੁੱਟੇ, ਬਸਪਾ ਨਾਲ ਸਾਡੀ ਜਿਹੜਾ ਅਕਾਲੀ ਦਲ ਦਾ ਸਮਝੌਤਾ ਹੋਵੇ, ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਆ ਸਾਹਿਬ ਕਾਂਸ਼ੀ ਰਾਮ ਦੀ ਚਾਹਤ ਨੂੰ ਪੂਰਾ ਕਰ ਸਕੀਏ ਪੰਜਾਬ ਦੀ ਰਾਜ ਸੱਤਾ ਤੱਕ ਪਹੁੰਚਣ ਦਾ। ਪਰ ਜਦੋਂ ਉਹ ਮੌਕਾ ਬਣਿਆ, ਸਬੱਬ ਬਣਿਆ, ਤਾਂ ਸਾਡੀ ਜਿਹੜੀ ਸਟੇਟ ਦੀ ਲੀਡਰਸ਼ਿਪ ਨੇ ਕੇਂਦਰੀ ਲੀਡਰਸ਼ਿਪ ਨੂੰ ਮਿਸਗਾਈਡ ਕਰਕੇ ਇਹੋ ਜਿਹੀਆਂ ਸੀਟਾਂ ਜਿਹੜੀਆਂ ਚੂਜ਼ ਕਰ ਲਈਆਂ ਜਿੱਥੇ ਬਸਪਾ ਦਾ ਬਹੁਤ ਘੱਟ ਵੋਟ ਸੀਗਾ ਔਰ ਸਾਨੂੰ ਉੱਥੇ ਜਿੱਤਣ ਦੀ ਵਾਲੀ ਜਿਹੜੀ ਆ ਉਹ ਆਸ ਨਹੀਂ ਲੱਗਦੀ ਸੀ ਅਸੀਂ ਜਿੱਤ ਸਕਦੇ ਹਾਂ। ਜਿਹੜੀਆਂ 20 ਸੀਟਾਂ ਅਸੀਂ ਲੜ ਰਹੇ ਹਾਂ ਉਹਦੇ ਵਿੱਚੋਂ ਅਸੀਂ ਕਰਤਾਰਪੁਰ, ਫਗਵਾੜਾ ਅਤੇ ਨਵਾਂ ਸ਼ਹਿਰ ਨੂੰ ਕੋਡ ਕਰ ਸਕਦੇ ਹਾਂ ਵੀ ਸਾਡਾ ਇੱਥੇ ਫਾਈਟ ਹੋਊਗੀ, ਇਹਦੇ 'ਚੋਂ ਹਾਰ ਜਿੱਤ ਦਾ ਫੈਸਲਾ ਹੋਊਗਾ। ਬਾਕੀ 17 ਸੀਟਾਂ 'ਤੇ ਕਿਤੇ ਨਾ ਕਿਤੇ ਅਕਾਲੀ ਦਲ ਜਿਹੜਾ ਉਹ 11 ਸੀਟਾਂ 'ਤੇ ਹੈ ਨਹੀਂ, ਬੀਜੇਪੀ ਨਹੀਂ ਲੜੀਆਂ ਆ, ਬਾਕੀ ਸੀਟਾਂ 'ਤੇ ਉਹ ਕਿਤੇ ਨਾ ਕਿਤੇ ਕਮਜ਼ੋਰ ਆ। ਇੱਕਾ ਦੁੱਕਾ ਸੀਟ 'ਤੇ ਕਿਤੇ ਹੋਰ ਮੰਨ ਲਓ ਅਸੀਂ ਮਜ਼ਬੂਤੀ ਕਹਿ ਸਕਦੇ ਹਾਂ। ਇਹਨਾਂ ਦੇ ਵਿੱਚੋਂ ਸਿਰਫ ਜਿਹੜਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਆ, ਉਹਨਾਂ ਦਾ ਸਿਰਫ ਜ਼ੀਰੋ ਤੋੜਨ ਦਾ ਟਾਰਗੇਟ, ਸਿਰਫ ਨਿੱਜੀ ਲਾਲਸਾ ਕਿ ਮੈਂ ਐਮਐਲਏ ਬਣ ਜਾ ਕਿਸੇ ਤਰੀਕੇ ਦੇ ਨਾਲ, ਜਿਹਦੇ ਲਈ ਉਹ ਅੱਜ ਕੱਲ੍ਹ ਫਗਵਾੜੇ ਦੇ ਘਰ ਘਰ ਜਾ ਰਹੇ ਆ, ਦਰ ਦਰ ਫਿਰ ਰਹੇ ਆ, ਅਲਖ ਜਗਾ ਰਹੇ ਆ। ਉਹ ਸਾਰੀ ਸਿਰਫ ਉਹਨਾਂ ਦੀ ਨਿੱਜੀ ਲਾਲਸਾ ਆ ਵੀ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ, ਪ੍ਰਮੋਸ਼ਨ ਕਰਨ ਦੇ ਲਈ। ਅਤੇ ਉਹਨਾਂ ਨੇ ਇੱਦਾਂ ਦੀ ਸਾਨੂੰ ਹਾਲਾਤਾਂ 'ਚ ਲਿਆ ਕੇ ਖੜ੍ਹੇ ਕਰ ਦਿੱਤਾ। ਸਾਰੇ ਪੰਜਾਬ ਦੇ ਵਰਕਰ 'ਚ ਨਿਰਾਸ਼ਾ ਆ।
ਐਡਾ ਵੱਡਾ ਅਲਾਈਅੰਸ ਹੋਇਆ ਹੋਵੇ, ਐਡੀ ਵੱਡੀ ਸਾਡੀ ਨੈਸ਼ਨਲ ਪਾਰਟੀ ਆ ਅਕਾਲੀ ਦਲ ਜਿਹੜਾ ਉਹ ਸਟੇਟ ਲੈਵਲ ਦੀ ਪਾਰਟੀ ਆ। ਸਾਡਾ ਜਦੋਂ ਦੋਨਾਂ ਧਿਰਾਂ ਦਾ ਅਲਾਈਅੰਸ ਹੋਣ ਤੋਂ ਬਾਅਦ ਵਰਕਰ ਦਾ ਮਨੋਬਲ ਅਪ ਹੋਣਾ ਚਾਹੀਦਾ, ਹੋਰ ਬੂਸਟ ਅਪ ਹੋਣਾ ਚਾਹੀਦਾ। ਕਿਤੇ ਨਾ ਕਿਤੇ ਇਹ ਅਲਾਈਅੰਸ ਤੋਂ ਬਾਅਦ 12 ਜੂਨ ਤੋਂ ਬਾਅਦ ਅੱਜ ਤੱਕ ਵਰਕਰ 'ਚ ਨਿਰਾਸ਼ਾ ਆ, ਅਤੇ ਉਹ ਨਿਰਾਸ਼ਾ ਉਦੋਂ ਦੂਰ ਹੋਣੀ ਆ ਜਦੋਂ ਵਰਕਰ ਨੂੰ ਦਿਸੂਗਾ ਕਿ ਅਸੀਂ ਕਿੰਨੀਆਂ 20 ਚੋਂ ਜਿੱਤ ਰਹੇ ਹਾਂ। ਜੇ 5 7 10 ਸੀਟਾਂ ਜਿੱਤ ਕੇ ਅਸੀਂ ਸਰਕਾਰ 'ਚ ਹਿੱਸੇਦਾਰੀ ਬਣਾ ਰਹੇ ਹਾਂ, ਸਾਡੇ ਕਿਹੜੇ ਨੁਮਾਇੰਦੇ ਜਿੱਤ ਕੇ ਜਾ ਰਹੇ ਆ, ਉਹ ਯੋਗ ਵੀ ਹੈ, ਸਾਡੇ ਅੰਦੋਲਨ ਦੇ ਹੈ, ਸਾਡੇ ਕਾਡਰ ਦੇ ਹਨ। ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਵਰਕਰ ਅੱਜ ਕਿਤੇ ਨਾ ਕਿਤੇ ਸੋਚਣ ਲਈ, ਵਿਚਾਰਨ ਲਈ ਮਜਬੂਰ ਆ। ਅਤੇ ਸਭ ਤੋਂ ਵੱਡੀ ਜਿਹੜੀ ਸਾਡੀ ਤਰਾਸਦੀ ਆ ਕਿ ਸਾਡੀ ਨੈਸ਼ਨਲ ਪਾਰਟੀ ਹੋਵੇ, ਸਾਨੂੰ ਸਮਝੌਤੇ 'ਚ 20 ਸੀਟਾਂ ਮਿਲੀਆਂ ਹੋਣ, ਅਤੇ ਸਾਡੀਆਂ ਸਮਝੌਤੇ 'ਚ ਮਿਲੀਆਂ ਸੀਟਾਂ ਜਿਹੜਾ ਸੁਖਬੀਰ ਸਿੰਘ ਬਾਦਲ ਜਿਹੜੇ ਅੱਜ ਕੱਲ੍ਹ ਆਪੇ ਹੀ ਜਿਹੜੇ ਬਣੇ ਹੋਏ BSP ਦੇ ਪ੍ਰਧਾਨ ਆ, ਉਹ ਆਪਣੇ ਮੰਚ ਤੋਂ ਸਾਡੀਆਂ ਅੰਮ੍ਰਿਤਸਰ ਨਾਰਥ ਅਤੇ ਸੁਜਾਨਪੁਰ ਵਰਗੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਧੱਕੇ ਨਾਲ ਐਲਾਨ ਜਾਣ, ਔਰ ਬਿਨਾਂ ਸਾਡੀ ਸਟੇਟ ਲੀਡਰਸ਼ਿਪ ਤੋਂ, ਸੈਂਟਰਲ ਲੀਡਰਸ਼ਿਪ ਦੀ ਕੰਸੈਂਟ ਤੋਂ, ਬਿਨਾਂ ਕੋਈ ਸਾਂਝੀ ਪ੍ਰੈਸ ਕਾਨਫਰੰਸ ਕੀਤੇ ਤੋਂ, ਬਿਨਾਂ ਕੋਈ ਮੀਟਿੰਗ ਕੀਤੇ ਤੋਂ, ਬਦਲੇ 'ਚ ਸਾਨੂੰ ਕੋਈ ਸੀਟਾਂ ਦਿੱਤੇ ਤੋਂ ਅੱਜ 8 ਦਿਨ ਹੋ ਗਏ ਉਹ ਇਸ ਗੱਲ ਨੂੰ ਅਨਾਉਂਸਮੈਂਟ ਹੋਈ ਨੂੰ, ਅਜੇ ਤੱਕ ਜਿਹੜਾ ਆ ਉਹਦੇ ਬਦਲ ਦੇ ਵਿੱਚ 2 ਸੀਟਾਂ ਸਾਨੂੰ ਨਹੀਂ ਮਿਲੀਆਂ। ਅਤੇ ਹੋਰ ਵੀ ਬਦਲਣ ਦੀ ਜਿਹੜੀਆਂ ਕਿਆਸਰਾਈਆਂ ਲਾਈ ਜਾ ਰਹੀਆਂ, ਜਿਹਦੇ ਲਈ ਬੈਨੀਪਾਲ ਸਾਹਿਬ ਨੇ ਵੀ ਕਹਿ ਦਿੱਤਾ ਵੀ 5-4 ਸੀਟਾਂ ਦੀ ਐਡਜਸਟਮੈਂਟ ਇੱਧਰ ਉੱਧਰ ਹੋ ਸਕਦੀ ਆ। ਪਰ ਜਦੋਂ ਫਲੋਰ ਵਿਧਾਨ ਸਭਾ ਦੇ ਵਰਕਰ ਡਿਮਾਂਡ ਕਰ ਰਹੇ ਸੀ ਕਿ ਸਾਨੂੰ ਇਹ ਸੀਟਾਂ ਵਿਚਾਰ ਲੈਣੀਆਂ ਚਾਹੀਦੀਆਂ, ਫਲੋਰ, ਬੰਗਾ ਅਤੇ ਆਦਮਪੁਰ, ਖਾਸ ਕਰ ਇਹਨਾਂ ਸੀਟਾਂ ਨੂੰ ਇਸ ਕਰਕੇ ਕਿ ਇੱਥੋਂ ਦੇ ਜਿਹੜੇ ਮੌਜੂਦਾ MLA ਆ ਉਹ ਸਾਡੇ ਅੰਦੋਲਨ ਨੂੰ ਛੱਡ ਕੇ ਗਏ, ਤਰਾਂਜਲੀ ਦੇ ਕੇ ਗਏ, ਸਾਡੀ ਭੈਣ ਜੀ ਦੀ ਅਗਵਾਈ ਨਾ ਮੰਨਦੇ ਹੋਏ ਸਾਹਿਬ ਕਾਂਸੀ ਰਾਮ ਦੇ ਅੰਦੋਲਨ ਨੂੰ ਧੋਖਾ ਦੇ ਕੇ ਗਏ ਲੋਕ ਆ। ਜਦੋਂ ਉਹਨਾਂ ਲੋਕਾਂ ਨੂੰ ਸਮਝੌਤੇ ਤੋਂ ਬਾਹਰ ਰੱਖ ਕੇ ਇਹ ਫਿਰ ਸਾਨੂੰ ਵਿਚਾਰਨਾ ਚਾਹੀਦਾ ਸੀ ਸਮਝੌਤੇ ਨੂੰ, ਅਤੇ ਉਦੋਂ ਸਾਨੂੰ ਇਸ ਗੱਲ ਨਾਲ ਡਰਾਇਆ ਗਿਆ ਕਿ ਜੋ ਅਲਾਈਅੰਸ ਹੋਇਆ ਉਹ ਭੈਣ ਜੀ ਨੇ ਕੀਤਾ, ਕੋਈ ਸੀਟ ਦੀ ਤਬਦੀਲੀ ਨਹੀਂ ਹੋਣੀ। 25-26 ਜੂਨ ਨੂੰ ਸਾਨੂੰ ਜਿਹੜਾ ਲਾਸਟ ਵਾਰਨਿੰਗ ਦੇ ਦਿੱਤੀ ਗਈ ਕਿ ਜੀ ਇਦੋਂ ਬਾਅਦ ਕੋਈ ਤਬਦੀਲੀ ਨਹੀਂ ਹੋਣੀ, ਨਾ ਇੱਥੇ ਕੋਈ ਚਰਚਾ ਹੋਣੀ। ਅਜੇ ਤੱਕ ਵੀ ਬੈਨੀਪਾਲ ਸਾਹਿਬ ਕਹੇ ਫਲੋਰ ਬੰਗਾ आदमपुर पे चर्चा नहीं होगी, ये बात छोड़ दो और कोई बात करो। तो फिर ਜਿਹੜਾ ਹੁਣ ਸੁਖਬੀਰ ਸਿੰਘ ਬਾਦਲ ਧੱਕੇ ਨਾਲ ਸਾਡੀਆਂ ਸੀਟਾਂ ਕਿਉਂ ਅਨਾਉਂਸਮੈਂਟ ਕਰ ਰਿਹਾ, ਇਹਦੀ ਸਥਿਤੀ ਸਾਨੂੰ ਕਲੀਅਰ ਕਰਨੀ ਚਾਹੀਦੀ ਆ ਕਿ ਜਿਹੜਾ ਅਲਾਈਅੰਸ 'ਚ ਅਸੀਂ ਕਿੱਥੇ ਖੜ੍ਹੇ ਹਾਂ। ਨਹੀਂ, ਹੁਣ ਇਹ ਜਿਹੜੀ ਰੌਲੀ ਹੈ ਤੁਹਾਡੀ, ਇਹ ਕਹਿ ਸਕਦੇ ਕਿ ਜਿਹੜੀ ਤੁਹਾਡੀ ਨਾਰਾਜ਼ਗੀ ਆ ਇਹ ਸੀਟਾਂ ਦੀ ਸਹੀ ਵੰਡ ਨੂੰ ਲੈ ਕੇ ਆ, ਜਾਂ ਇਸ ਗੱਲ ਨੂੰ ਆ ਕਿ ਜੀ ਸੀਟਾਂ ਵੰਡਣ ਵੇਲੇ ਜਾਂ ਗੜੀ ਸਾਹਿਬ ਨੇ ਆਪਣੇ ਆਪ ਸੀਟਾਂ ਜਿਹੜੀਆਂ ਵੰਡ ਲਈਆਂ, ਤੁਹਾਨੂੰ ਨਹੀਂ ਪੁੱਛਿਆ ਗਿਆ, ਇਹਨਾਂ ਚੀਜ਼ਾਂ ਨੂੰ ਲੈ ਗੜੀ ਸਾਹਿਬ ਨਾਲ ਤੁਹਾਡੀ ਨਾਰਾਜ਼ਗੀ ਆ, ਜਾਂ ਜਿਹੜੀ ਸੀਟਾਂ ਨੂੰ ਵੰਡਣ ਨੂੰ ਲੈ ਕੇ ਪਾਰਟੀ ਨਾਲ ਨਾਰਾਜ਼ਗੀ? ਦੇਖੋ, ਗੜੀ ਅੱਜ ਦੇ ਸਮੇਂ 'ਚ ਜਿਹੜੇ ਆ ਉਹ ਸਟੇਟ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਹੀ ਜਿਹੜਾ ਪੱਖ ਭੈਣ ਜੀ ਤੱਕ ਸਹੀ ਤਰੀਕੇ ਨਾਲ ਰੱਖਣਾ ਸੀ। ਉਹ ਕਿਤੇ ਨਾ ਕਿਤੇ ਸਫਲ ਰਹੇ ਆ, ਉਹਨੇ ਕਿਤੇ ਨਾ ਕਿਤੇ ਆਪਣਾ ਨਿੱਜੀ ਹਿੱਤ ਪੂਰਿਆ, ਆਪਣੇ ਜਿਹੜੇ ਉਹ ਸਮਰਥਕਾਂ ਨੂੰ ਜਾਂ ਆਪਣੇ ਨੇੜਲੇ ਬੰਦਿਆਂ ਨੂੰ, ਬਲਵਿੰਦਰ ਜੀ ਲਈ, ਨਛੱਤਰ ਜੀ ਲਈ ਜਾਂ ਆਪਣੇ ਲਈ ਜਿਹੜੀ ਉਹ ਮਜ਼ਬੂਤ ਸੀਟਾਂ ਰੱਖ ਕੇ ਬਾਕੀ ਕਮਜ਼ੋਰ ਸੀਟਾਂ ਲੈ ਲਈਆਂ। ਲੜਾਈ ਸੀਟਾਂ ਦੀ ਸਹੀ ਵੰਡ ਦੀ ਆ ਕਿ ਸਹੀ ਵੰਡ ਹੋਣੀ ਚਾਹੀਦੀ ਸੀ, ਗਲਤ ਵੰਡ ਕਿਉਂ ਹੋਈ? ਨਹੀਂ, ਤੁਹਾਡਾ ਕੀ ਮਤਲਬ ਆ ਜਦੋਂ ਆਪਾਂ ਕਹਿੰਦੇ ਕੁਝ ਸੀਟਾਂ ਉੱਤੇ ਬਸਪਾ ਜਿਹੜੀ ਆ ਮਜ਼ਬੂਤ ਆ, ਬਾਕੀਆਂ ਨਹੀਂ? ਕੀ ਜਿਹੜੀ ਬਸਪਾ ਦਾ ਆਧਾਰ ਆ ਉਹ ਬਸ ਇਹਨਾਂ ਸੀਟਾਂ ਉੱਤੇ ਹੀ ਆ, ਬਾਕੀ ਪੰਜਾਬ ਦੇ ਬਾਕੀ ਸੀਟਾਂ ਉੱਤੇ ਉੱਡਾ ਆਧਾਰ ਨਹੀਂ ਹੈਗਾ ਕਿ ਉਹ ਜਿੱਤ ਸਕੇ? ਦੇਖੋ, ਸੀਟਾਂ ਦੇ ਹਾਲਾਤ ਹੁੰਦੇ ਆ। ਜੇ ਕਹੀਏ ਅਸੀਂ ਮਾਝੇ ਔਰ ਮਾਲਵੇ ਦੇ ਵਿੱਚ ਅਸੀਂ ਬਹੁਤ ਮਜ਼ਬੂਤੀ ਦੇ ਨਾਲ ਜਾਂ ਅਸੀਂ ਜਿੱਤਣ ਵਾਲੀਆਂ ਸੀਟਾਂ ਦੀ ਸਮਰੱਥਾ ਰੱਖਦੇ ਹਾਂ, ਤਾਂ ਉਹ ਕਿਤੇ ਨਾ ਕਿਤੇ ਮਤਲਬ ਆਪਣੇ ਆਪ ਦੇ ਨਾਲ ਧੋਖਾ ਆ। ਅਸੀਂ ਸਿਰਫ 20 ਸੀਟਾਂ ਦਿਖਾਉਣ ਦੇ ਲਈ ਦਿਖਾਲੀ ਜਾ ਰਹੇ ਵੀ 20 ਸੀਟਾਂ ਸਾਡੇ ਕੋਲ ਹੈਗੀਆਂ, ਸੀਟਾਂ ਕਿਤੇ ਨਾ ਕਿਤੇ ਉਹ ਸਾਡੀਆਂ ਕਮਜ਼ੋਰ ਆ ਜਾਂ ਰਿਜ਼ਲਟ ਨਹੀਂ ਪੈਦਾ ਹੁੰਦੇ। ਜਿਹੜੀਆਂ ਸੀਟਾਂ ਅਸੀਂ ਜਿੱਤ ਕੇ ਗਏ ਆ ਅਕਾਲੀ ਦਲ ਦੇ ਨਾਲੋਂ 8-8 10 ਹਜ਼ਾਰ ਨਾਲ 5-5 ਹਜ਼ਾਰ ਨਾਲ ਪਾਰਲੀਮੈਂਟ ਦੀ ਇਲੈਕਸ਼ਨ 'ਚ, ਜਾਂ ਅਸੀਂ ਉੱਥੇ ਮਜ਼ਬੂਤ ਆ, ਉਹ ਸੀਟਾਂ ਛੱਡ ਕੇ ਅਸੀਂ ਕਮਜ਼ੋਰ ਸੀਟਾਂ 'ਤੇ ਦਾਅ ਲਾ ਰਹੇ ਹਾਂ, ਫਿਰ ਕਿਤੇ ਨਾ ਕਿਤੇ ਰਾਜਨੀਤੀ 'ਚ ਅਸੀਂ ਫਿਰ ਜਿਹੜਾ ਉਹ ਜਾਂ ਤਾਂ ਫਿਰ ਪਕੜ ਨਹੀਂ ਰੱਖਦੇ ਜਾਂ ਫਿਰ ਅਸੀਂ ਜਾਣਕਾਰੀ ਨਹੀਂ ਰੱਖਦੇ। ਇਹ ਗੱਲ ਜਿਹੜੀ ਘਾਟ ਆ, ਉਹ ਘਾਟ ਨੂੰ ਦੂਰ ਕਰਨ ਦੀ ਸਾਡੀ ਲੜਾਈ ਆ। ਸਾਡੀ ਪਾਰਟੀ ਨਾਲ ਵੀ ਕੋਈ ਲੜਾਈ ਨਹੀਂ, ਸਾਡੀ ਗੜੀ ਸਾਹਿਬ ਨਾਲ ਵੀ ਕੋਈ ਨਿੱਜੀ ਲੜਾਈ ਨਹੀਂ ਹੈ। ਉਹ ਨਿੱਜੀ ਲੜਾਈ ਬਣਾ ਕੇ ਜਿਹੜਾ ਆ ਉਹ ਕਿਤੇ ਨਾ ਕਿਤੇ ਗਲਤ ਮੈਨੂਪਲੇਟ ਕਰਕੇ ਗੱਲਾਂ ਸਾਰੀਆਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਰਾਹੀਂ ਨਾਲ ਵੀ ਨਿੱਜੀ ਤੌਰ 'ਤੇ ਜਿਹੜਾ ਉਹ ਟਾਰਗੇਟ ਕਰਕੇ ਜਾਂ ਅੰਦੋਲਨ ਦਾ ਨੁਕਸਾਨ ਕਰਨ ਦਾ ਕੰਮ ਕਰ ਰਹੇ ਔਰ ਆਪਣੇ ਆਪ ਨੂੰ ਨਿੱਜੀ ਤੌਰ 'ਤੇ ਪ੍ਰਮੋਟ ਕਰ ਰਹੇ। ਜਿਹੜੀ ਅਲਖ ਜਗਾਓ ਰੈਲੀ ਫਗਵਾੜਾ ਦੇ ਵਿੱਚ ਹੋ ਰਹੀ ਆ, ਉਹਦੇ ਵਿੱਚ ਤੁਸੀਂ ਜਿਹੜਾ ਸ਼ਮੂਲੀਅਤ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ? ਦੇਖੋ, ਸਾਨੂੰ ਕੋਈ ਇਨਵੀਟੇਸ਼ਨ ਨਹੀਂ ਅਲਖ ਜਗਾਓ ਰੈਲੀ ਲਈ। ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਭੈਣ ਜੀ ਨੇ ਆਪਣੇ ਭਤੀਜੇ ਜਿਹੜੇ ਆਕਾਸ਼ ਆਨੰਦ ਜੀ ਆ ਉਹਨਾਂ ਨੂੰ ਨੈਸ਼ਨਲ ਕੋਆਰਡੀਨੇਟਰ ਲਾਇਆ ਆ। ਸਾਡੀ ਡਿਮਾਂਡ ਰਹੀ ਆ ਕਿ ਕਿਤੇ ਨਾ ਕਿਤੇ ਜਿਹੜਾ ਉਹ ਨੈਸ਼ਨਲ ਲੀਡਰਸ਼ਿਪ ਉਹ ਸਟੇਟ 'ਚ ਆਵੇ। ਉਹ ਪਹਿਲੀ ਵਾਰੀ ਜਿਹੜਾ ਉਹ ਫਗਵਾੜੇ 'ਚ ਆ ਰਹੇ ਆ, ਅਤੇ ਪਰ ਸਾਡੀ ਜਿਹੜੀ ਜਿੱਥੇ ਸਾਨੂੰ ਖੁਸ਼ੀ ਆ ਉੱਥੇ ਸਾਨੂੰ ਨਮੋਸ਼ੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਵੀ ਆਕਾਸ਼ ਆਨੰਦ ਜੀ ਫਗਵਾੜੇ 'ਚ ਆ ਰਹੇ ਆ। ਜਿਹੜੇ ਲੋਕ ਵਰਕਰ ਨਿਰਾਸ਼ ਬੈਠੇ ਆ, ਜਿਨ੍ਹਾਂ ਨੂੰ ਧੱਕਿਆ ਗਿਆ, ਜਾਣ-ਬੁੱਝ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਲਿਆ ਗਿਆ ਜਾਂ ਸੀਟਾਂ ਦੀ ਵੰਡ ਤੋਂ ਨਿਰਾਸ਼ ਆ, ਉਹਨਾਂ ਦੀ ਨਿਰਾਸ਼ਾ ਦੂਰਾ ਕੀਤੇ ਤੋਂ ਬਿਨਾਂ ਰੈਲੀ ਕਰਕੇ ਔਰ ਆਪਣੇ ਆਪ ਨੂੰ ਪ੍ਰਮੋਟ ਕਰਨ ਦਾ ਕੰਮ ਕੀਤਾ ਜਾ ਰਿਹਾ। ਤੁਸੀਂ ਦੇਖੋ, ਜਿੰਨੇ ਹੋਲਡਿੰਗਸ ਆ, ਜਿੰਨੀਆਂ ਫਲੈਕਸਾਂ ਆ, ਉੱਥੇ ਗੜੀ ਸਾਹਿਬ ਨੂੰ ਪ੍ਰਮੋਟ ਕੀਤਾ ਜਾ ਰਿਹਾ।
ਔਰ ਉਹ ਸਿਰਫ ਆਕਾਸ਼ ਆਨੰਦ ਜੀ ਦੀ ਛੋਟੀ ਜੀ ਫੋਟੋ ਆ, ਜਦ ਕਿ ਭੈਣ ਜੀ ਤੋਂ ਬਾਅਦ ਉਹ ਸਾਡੇ ਸਿਆਸੀ ਵਾਰਸ ਵੀ ਹੋ ਸਕਦੇ ਆ ਪਾਰਟੀ ਦੇ। ਤਾਂ ਫਿਰ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਲੋਕਾਂ ਦੇ ਵਿੱਚ। ਉਹ ਜਦ ਕਿ ਦਿੱਲੀ ਦੇ ਅੰਦਰ ਛੋਟੀਆਂ ਪਬਲਿਕ ਮੀਟਿੰਗ ਵੀ ਲੈ ਰਹੇ ਆ ਔਰ ਇੰਨੇ ਨਿੱਜੀ ਤੌਰ ਤੇ ਗ੍ਰਾਸ ਰੂਟ ਲੈਵਲ ਤੇ ਜਾ ਕੇ ਉਹ ਕੰਮ ਸਿੱਖ ਰਹੇ ਆ, ਅੰਦੋਲਨ ਦਾ ਕੰਮ ਕਰ ਰਹੇ ਆ, ਪਾਰਟੀ ਦੀ ਇਹ ਗੱਲ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੇ ਆ। ਪਰ ਪੰਜਾਬ ਦੇ ਅੰਦਰ ਜਿਹੜਾ ਉਹ ਇਹ ਗੱਲ ਨਹੀਂ ਹੋ ਰਹੀ। ਇਹ ਕਿਤੇ ਨਾ ਕਿਤੇ ਜਿਹੜਾ ਆ ਇਹ ਸਿਰਫ ਉਹਨਾਂ ਦਾ ਨਿੱਜੀ ਨਿਸ਼ਾਨਾ ਕਿ ਮੈਂ ਫਗਵਾੜੇ 'ਚ ਹੀ ਲੜਨਾ, ਔਰ 117 ਸੀਟਾਂ ਤੋਂ ਧਿਆਨ ਘਟਾ ਕੇ ਉਹਨਾਂ ਨੇ ਪੂਰਾ ਫਗਵਾੜੇ 'ਤੇ ਧਿਆਨ ਲਾਇਆ ਹੋਇਆ ਆ। ਔਰ ਉਹਦੇ ਨਾਲ ਜਿਹੜਾ ਸਾਡੇ ਅੰਦੋਲਨ ਦਾ ਹਿੱਤ ਨਹੀਂ ਪੂਰਿਆ ਜਾ ਰਿਹਾ, ਉਹ ਆਪਣਾ ਨਿੱਜੀ ਹਿੱਤ ਪੂਰ ਰਹੇ ਆ। ਤੁਹਾਨੂੰ ਜਿੱਦਾਂ ਮਨ ਦੀਆਂ ਜਿਹੜੀਆਂ ਸ਼ੰਕਾਵਾਂ ਸੀ ਉਹਨੂੰ ਦੂਰ ਕਰਨ ਦੇ ਲਈ ਪਾਰਟੀ ਵੱਲੋਂ ਕੋਈ ਐਫਰਟ ਕੀਤੇ ਗਏ ਹੋਣ, ਕੋਈ ਸੀਨੀਅਰ ਨੇਤਾ ਆਏ ਹੋਣ? ਪਾਰਟੀ ਵੱਲੋਂ ਕੋਈ ਗੁੱਡ ਐਫਰਟ ਨਹੀਂ ਹੋਇਆ। ਜਿੰਨੀ ਵਾਰੀ ਅਪਰੋਚ ਕੀਤੀ ਪਾਰਟੀ ਕੋਲ ਅਸੀਂ ਕੀਤੀ, ਆਪ ਗਏ ਆ। ਜੋ ਉਦੋਂ ਇੱਕ ਅੱਧੇ ਦੋ ਸਾਥੀ ਸਾਡੇ ਕੋਲ ਆਏ ਵੀ ਆ ਤਾਂ ਉਹਨਾਂ ਕੋਲ ਜਿਹੜੇ ਅਸੀਂ ਸਵਾਲ ਰੱਖੇ ਆ ਉਹਨਾਂ ਕੋਲ ਉਹਦਾ ਜਵਾਬ ਨਹੀਂ, ਔਰ ਉਹ ਸਾਡੇ ਸਵਾਲਾਂ ਤੋਂ ਭੱਜਦੇ ਹੋਏ ਜਿਹੜਾ ਆ ਉਹ ਹੋਰ ਜਿਹੜੇ ਆ ਹੱਥ ਕੰਡੇ ਅਪਣਾਉਣ ਡਏ ਆ। ਕੋਈ ਸਾਰਥਕ ਗੱਲ ਨਹੀਂ ਹੋ ਰਹੀ। ਅਸੀਂ ਚਾਹੁੰਦੇ ਹਾਂ ਵੀ ਭੈਣ ਜੀ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਮਾਮਲੇ 'ਚ ਦਖਲ ਦੇਵੇ ਔਰ ਸਾਡੀ ਗੱਲ ਸੁਣੇ ਔਰ ਸਾਡੀ ਗੱਲ ਭੈਣ ਜੀ ਤੱਕ ਜਾਵੇ। ਔਰ ਜਿਹੜਾ ਆ ਸਾਡੇ ਨਾਲ ਹੁਣ ਧੱਕਾ ਹੋਣ ਡਿਆ ਆ ਵੀ ਸਾਰੀਆਂ ਸੀਟਾਂ 'ਤੇ ਅਕਾਲੀ ਦਲ ਆਪਣੇ ਉਮੀਦਵਾਰ ਧੱਕੇ ਨਾਲ ਐਲਾਨ ਰਿਹਾ ਆ। ਤੁਸੀਂ ਟਾਂਡੇ ਦੀ ਗੱਲ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਉਹ ਲਖਵਿੰਦਰ ਸਿੰਘ ਲੱਖੀ ਗਿੱਲ ਜੀ ਆ, ਉਹ PSC ਦਾ ਮੈਂਬਰ ਹੈ ਉਹਨਾਂ ਦਾ। ਉਹਨੂੰ ਬਸਪਾ 1 ਮਿੰਟ 'ਚ ਜੁਆਇਨ ਕਰਾ ਕੇ ਨਾਲ ਹੀ ਉਹਨੂੰ ਟਿਕਟ ਅਨਾਉਂਸ ਕਰ ਰਹੀ ਆ, ਕਿਉਂਕਿ ਉਹ ਸਰਮਾਏਦਾਰ ਹੈ, ਕਰੋੜਪਤੀ ਆ। ਜਿੱਥੇ ਸਾਨੂੰ 20 ਸੀਟਾਂ ਮਿਲੀਆਂ ਉੱਥੇ ਸਾਨੂੰ ਆਪਣੇ ਕਾਡਰ ਦਾ, ਅੰਦੋਲਨ ਦਾ, ਚਾਹੇ ਉਹ ਗਰੀਬ ਉਮੀਦਵਾਰ ਵੀ ਕਿਉਂ ਨਹੀਂ ਹੈਗਾ। ਸਾਹਿਬ ਕਾਂਸ਼ੀ ਰਾਮ ਨੇ ਤਾਂ ਸਾਈਕਲ ਵਾਲਿਆਂ ਨੂੰ, ਜਿਹੜਾ ਰਿਕਸ਼ੇ ਵਾਲਿਆਂ ਨੂੰ, ਮੋਚੀ ਨੂੰ ਜਿਹੜਾ ਉਹ ਮੁੱਖ MLA ਬਣਾ ਕੇ ਜਿਹੜਾ ਆ ਦਿਖਾ ਲਿਆ ਔਰ ਇਸ ਦੇਸ਼ ਦੇ ਅੰਦਰ ਮਿਸਾਲ ਪੈਦਾ ਕੀਤੀ ਆ। ਅਸੀਂ ਆਪਣੇ ਵਰਕਰ ਨੂੰ ਡਿਮੋਰਲਾਈਜ਼ ਕਰ ਰਹੇ ਹਾਂ ਵੀ ਤੇਰੇ ਕੋਲ ਪੈਸੇ ਹੈ ਨਹੀਂਗੇ। ਅਤੇ ਆ ਹੁਣ ਫਗਵਾੜੇ ਅੰਦਰ ਕੀ ਹੋਣ ਡਿਆ ਆ, ਗੜੀ ਸਾਹਿਬ ਆਪ ਆਉਣ ਡਏ ਆ ਜਿਹੜੇ ਫਗਵਾੜੇ 'ਚ ਇੰਨੇ ਲੰਮੇ ਸਮੇਂ ਤੋਂ ਸਾਹਿਬ ਕਾਂਸ਼ੀ ਰਾਮ ਦੇ ਨਾਲ ਅੰਦੋਲਨ ਨਾਲ ਜੁੜੇ ਹੋ ਇਮਾਨਦਾਰ ਬੀਬੇ ਵਰਕਰ ਆ, ਜਿਨ੍ਹਾਂ ਨੂੰ ਬਾਈ ਇਲੈਕਸ਼ਨ 'ਚ ਵੀ ਕਹਿ ਦਿੱਤਾ ਕਿ ਯਾਰ ਇਸ ਵਾਰੀ ਬਾਹਰਲੇ ਉਮੀਦਵਾਰ ਨੂੰ ਲੜ ਲੈਣ ਦਿਓ, ਅਗਲੀ ਵਾਰੀ ਜਿਹੜਾ ਆ ਤੁਹਾਨੂੰ ਲੜਾਵਾਂਗੇ। ਔਰ ਉਹਨਾਂ ਨੂੰ ਹੁਣ ਛੱਡ ਕੇ ਜਿਹੜਾ ਉਹ ਆਪਣੀ ਦਾਅਵੇਦਾਰੀ ਪੱਕੀ ਕੀਤੀ ਜਾ ਰਹੀ ਹੈ। ਜਿਹੜਾ ਵਿਅਕਤੀ ਕਹਿੰਦਾ ਸੀਗਾ ਕਿ ਮੈਂ ਮਿਸ਼ਨ ਦਾ ਪ੍ਰਧਾਨ ਨਹੀਂ, ਮੈਂ ਰਾਜਨੀਤੀ ਦਾ ਪ੍ਰਧਾਨ ਆ, ਮੈਂ ਜੰਮਣ ਮਰਨ ਲਈ ਜਿਹੜਾ ਤੁਹਾਡੇ ਸ਼ਾਮਲ ਹੋਣ ਲਈ ਨਹੀਂ ਬਣਿਆ, ਮੈਂ ਪਾਰਟੀ ਦੀ ਗੱਲ ਜਿਹੜੀ ਰਾਜਨੀਤੀ ਕਰਨ ਦੇ ਲਈ ਆਇਆ, ਉਹ ਅੱਜ ਦਰ ਲੋਕਾਂ ਦੇ ਘਰਾਂ ਦੇ ਵਿੱਚ ਅਫਸੋਸ ਕਰਨ, ਹੋਰ ਸਾਰੇ ਸਮਾਗਮਾਂ 'ਚ ਸ਼ਾਮਲ ਹੋਣ ਡਿਆ। ਕਿਤੇ ਨਾ ਕਿਤੇ ਉਹ ਵਰਕਰ 'ਚ ਨਿਰਾਸ਼ਾ ਜਾਂਦੀ ਆ। ਜੇ ਕਿਸੇ ਪਾਸੇ ਗੱਲ ਨਹੀਂ ਨਿਬੜਦੀ, ਸਪੋਜ਼ ਕਰੋ ਕਿ ਬਈ ਸੀਟਾਂ ਤੁਹਾਡੇ ਹਿਸਾਬ ਨਾਲ ਚੇਂਜ ਨਹੀਂ ਹੁੰਦੀਆਂ, ਕੁਝ ਨਹੀਂ ਹੁੰਦਾ, ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਤੁਹਾਡਾ ਕੀ ਰੋਲ ਹੋਏਗਾ? ਦੇਖੋ, ਸਾਹਿਬ ਕਾਂਸ਼ੀ ਰਾਮ ਨੇ ਕਿਹਾ ਕਿ ਜਦੋਂ ਤੁਹਾਡੀ ਕੋਈ ਗੱਲ ਨਾ ਮੰਨੀ ਜਾਵੇ ਫਿਰ ਉਹਨੂੰ ਗੱਲ ਨੂੰ ਲੋਕਾਂ 'ਚ ਲੈ ਜਾਣਾ ਚਾਹੀਦਾ। ਫਲੋਰ 'ਚ ਅਸੀਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ, ਸਟੇਟ ਲੀਡਰਸ਼ਿਪ ਨੇ ਸਾਡੀ ਗੱਲ ਨਹੀਂ ਸੁਣੀ। ਵਰਕਰਾਂ ਨੇ ਵਰਕਰ ਸੰਮੇਲਨ ਬੁਲਾਇਆ, ਰੋਸ 'ਚ ਬੁਲਾਇਆ ਔਰ ਉਹ ਸਕਸੈਸ ਵੀ ਹੋਇਆ। ਪਰ ਉਦਣ ਹੀ ਡਿਸਾਈਡ ਹੋਇਆ ਸੀ ਵੀ 1 ਸਤੰਬਰ ਤੱਕ ਸਾਡੀ ਜੇ ਗੱਲ ਨਾ ਮੰਨੀ ਗਈ ਤਾਂ ਅਸੀਂ ਦੁਆਬੇ ਦੇ ਲੋਕਾਂ ਨੂੰ ਇਕੱਠੇ ਕਰਕੇ, ਲਾਮਬੰਦ ਕਰਕੇ, ਜਿੱਥੋਂ ਗੜੀ ਸਾਹਿਬ ਨੇ ਇਲੈਕਸ਼ਨ ਲੜਨੀ ਆ ਉੱਥੇ ਅਸੀਂ ਜਿਹੜਾ ਪਰਦਾਫਾਸ਼ ਰੈਲੀ ਕਰਾਂਗੇ। ਜੇ ਗੜੀ ਸਾਹਿਬ ਨੇ ਫਗਵਾੜੇ ਤੋਂ ਇਲੈਕਸ਼ਨ ਲੜਨੀ ਆ ਤਾਂ ਫਿਰ ਅਸੀਂ ਲੋਕਾਂ ਦੀ ਜਿਹੜੀ ਇਹ ਗੱਲ ਕਰਕੇ ਸਾਰੇ ਦੁਆਬੇ ਦੇ ਅੰਦਰ ਤਾਂ ਫਗਵਾੜੇ 'ਚ ਪਰਦਾਫਾਸ਼ ਰੈਲੀ ਕਰਾਂਗੇ ਔਰ ਲੋਕ ਰਾਏ ਕਾਇਮ ਕਰਾਂਗੇ। ਔਰ ਸਾਨੂੰ ਲੱਗਦਾ ਕਿ ਭੈਣ ਜੀ ਸਾਡੀ ਕਿਤੇ ਨਾ ਕਿਤੇ ਸਾਡੀ ਗੱਲ ਸੁਣੂਗੀ। ਅਸੀਂ ਮੀਡੀਆ ਰਾਹੀਂ ਵੀ ਔਰ ਹੋਰ ਵੀ ਜਿਹੜੇ ਆ ਸਾਡੇ ਨੈਟਵਰਕ ਹੈਗਾ ਉਹਦੇ ਥਰੂ ਭੈਣ ਜੀ ਤੱਕ ਗੱਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ 100% ਸਾਡੀ ਗੱਲ ਸੁਣੀ ਜਾਊਗੀ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਅਲਾਇੰਸ ਹੋਇਆ ਉਹ ਸਹੀ ਹੋਇਆ, ਲੇਕਿਨ ਸੀਟਾਂ ਦੀ ਵੰਡ ਸਹੀ ਨਹੀਂ ਹੋਈ, ਇਹ ਤੁਸੀਂ ਕਹਿਣਾ ਚਾਹੁੰਦੇ ਹੋ? ਦੇਖੋ, 100% ਅਸੀਂ ਪਹਿਲੇ ਦਿਨ ਹੀ ਅਲਾਇੰਸ ਦਾ ਸਵਾਗਤ ਕੀਤਾ, ਕਿਉਂਕਿ ਸਾਡੇ ਤਾਂ ਵਰਕਰ ਦੀ ਡਿਮਾਂਡ ਸੀ ਕਿਤੇ ਨਾ ਕਿਤੇ ਸਮਝੌਤਾ ਹੋ ਜਾਵੇ ਔਰ ਸਾਹਿਬ ਕਾਂਸ਼ੀ ਰਾਮ ਦੀ ਚਾਹਤ ਕਿ ਮੈਂ ਪੰਜਾਬ ਅੰਦਰ ਆਪਣੇ ਬਹੁਜਨ ਸਮਾਜ ਦੇ ਹੱਥਾਂ 'ਚ ਰਾਜ ਸੱਤਾ ਦੇਖਣਾ ਚਾਹੁੰਦਾ, ਉਹ ਪੂਰੀ ਹੋ ਜਾਵੇ। ਉਹਦੇ ਗੱਲ ਲਈ ਤਾਂ ਅਸੀਂ ਅੱਜ ਵੀ ਖੜੇ ਹਾਂ। ਗੱਲ ਇਹ ਜੇ ਅਕਾਲੀ ਦਲ ਬਾਦਲ ਸਿਰਦਿਆ ਇਮਾਨਦਾਰ ਆ ਸਾਡੇ ਅੰਦੋਲਨ ਪ੍ਰਤੀ, ਉਹ ਚਾਹੁੰਦਾ ਬਸਪਾ ਅੱਗੇ ਵਧੇ, ਤਾਂ ਉਹਨੂੰ ਜਿਹੜਾ ਆ ਸੈਕਰੀਫਾਈਸ ਕਰਕੇ 2 4 5 ਸੀਟਾਂ ਜਿਹੜੀਆਂ ਇਦਾਂ ਦੀਆਂ ਵੀ ਦੇਣੀਆਂ ਚਾਹੀਦੀਆਂ ਜਿੱਥੇ ਅਕਾਲੀ ਦਲ ਦੇ ਮੌਜੂਦਾ MLA ਆ ਜਾਂ ਮੌਜੂਦਾ। ਜੇ ਤੁਸੀਂ ਹੱਕ ਦੇ ਨਾਲ ਮੰਗੋਗੇ ਜਾਂ ਕੁਝ ਸਖਤੀ ਨਾਲ ਮੰਗੋਗੇ ਤਾਂ ਮਿਲਣਗੀਆਂ, ਜੇ ਆਪਾਂ ਨਹੀਂ ਮੰਗੀਆਂ ਫਿਰ ਕਿੱਦਾਂ ਮਿਲਣਗੀਆਂ? ਸਾਡੀ ਲੜਾਈ ਵੀ ਇਹੀ ਹੈ ਨਾ ਸਟੇਟ ਲੀਡਰਸ਼ਿਪ ਨਾਲ, ਵੀ ਸਾਡੀ ਲੀਡਰਸ਼ਿਪ ਨੇ ਸਹੀ ਤਰੀਕੇ ਨਾਲ ਉਹ ਆਪਣੀ ਗੱਲ ਰੱਖੀ ਨਹੀਂ, ਤੇ ਜੇ ਰੱਖੀ ਨਹੀਂ ਤਾਂ ਭੈਣ ਜੀ ਤੱਕ ਵੀ ਨਹੀਂ ਪਹੁੰਚਾਈ। ਜੇ ਇਹਨਾਂ ਦਾ ਅਪਰੋਚ ਨਹੀਂ ਹੈਗੀ ਸੁਖਬੀਰ ਬਾਦਲ ਦੇ ਲੈਵਲ ਦੀ ਉਹਦੇ ਨਾਲ ਗੱਲ ਕਰਨ ਦੀ, ਤਾਂ ਭੈਣ ਕੁਮਾਰੀ ਮਾਇਆਵਤੀ ਤਾਂ ਨੈਸ਼ਨਲ ਪਾਰਟੀ ਦੇ ਪ੍ਰੈਜ਼ੀਡੈਂਟ, ਉਹ ਤਾਂ ਸੁਖਬੀਰ ਬਾਦਲ ਨੂੰ ਕਹਿ ਸਕਦੇ ਆ ਵੀ ਆਹ ਸਾਡੀ ਡਿਮਾਂਡ ਆ ਸਾਡੀ ਜਿਹੜੀ ਉਹ ਗੱਲ ਕੀਤੀ ਜਾਵੇ। ਸਤੀਸ਼ ਚੰਦਰ ਮਿਸ਼ਰਾ ਜੀ ਗੱਲ ਕਰ ਸਕਦੇ ਆ, ਜਾਂ ਰਾਮ ਜੀ ਗੌਤਮ ਜੀ ਅੱਜ ਕੱਲ੍ਹ ਆਏ ਆ ਦੇਖਣ ਪੰਜਾਬ ਨੂੰ, ਉਹ ਗੱਲ ਕਰ ਸਕਦੇ ਹੋ। ਰਾਜ ਸਭਾ ਮੈਂਬਰ ਆ ਔਰ ਨੈਸ਼ਨਲ ਕੋਆਰਡੀਨੇਟਰ ਆ ਬਹੁਜਨ ਸਮਾਜ ਪਾਰਟੀ ਦੇ, ਉਹ ਤਾਂ ਗੱਲ ਰੱਖੀ ਜਾ ਸਕਦੀ ਸੀ ਨਾ। ਗੱਲ ਤਾਂ ਇਹ ਆ ਵੀ ਆਪਾਂ ਆਪਣੇ ਅੰਦਰੋਂ ਉਹ ਗੱਲ ਰੱਖਣੀ ਨਹੀਂ ਚਾਹੁੰਦੇ, ਆਪਾਂ ਕਿਤੇ ਨਾ ਕਿਤੇ ਆਪਣਾ ਨਿੱਜੀ ਹਿੱਤ ਪੂਰਨਾ ਚਾਹੁੰਦੇ ਆ। ਤੁਸੀਂ ਦੇਖੋ, ਬਹੁਜਨ ਸਮਾਜ ਪਾਰਟੀ ਨੈਸ਼ਨਲ ਪਾਰਟੀ ਆ, ਸਾਡਾ ਸਟੇਟ ਪ੍ਰੈਜ਼ੀਡੈਂਟ ਆ ਜਿਹੜਾ, ਭਾਵੇਂ ਸਾਡਾ ਅਲਾਇੰਸ ਹੋ ਗਿਆ ਅਕਾਲੀ ਦਲ ਬਾਦਲ ਦੇ ਨਾਲ, ਅਸੀਂ ਮਰਜ ਥੋੜ੍ਹੀ ਹੋ ਗਏ ਆ। ਤੋ ਉਹ ਗਲ ਦੇ ਵਿੱਚ ਅਕਾਲੀ ਦਲ ਬਾਦਲ ਦਾ ਜਿਹੜਾ ਉਹ ਤੱਕੜੀ ਵਾਲਾ ਨਿਸ਼ਾਨ ਪਾ ਕੇ ਫਗਵਾੜੇ 'ਚ ਘੁੰਮਣ ਡਿਆ ਆ, ਤੇ ਫਗਵਾੜਾ ਤਾਂ ਜਿਹੜਾ ਆ ਉੱਥੇ ਹਾਥੀ ਪਾ ਕੇ ਘੁੰਮਣਾ ਚਾਹੀਦਾ, ਤੱਕੜੀ ਥੋੜ੍ਹੀ ਪਾ ਕੇ ਘੁੰਮਣੀ ਚਾਹੀਦੀ ਆ। ਵੀ ਇੱਕ ਤੇ ਇਹਦਾ ਨਾ ਹੋ ਜਾਵੇ ਵੀ ਕੱਲ੍ਹ ਨੂੰ ਮੰਨ ਲਓ ਅਲਾਇੰਸ ਸਾਡਾ ਟੁੱਟ ਜਾਵੇ
ਕਿਉਂਕਿ ਹਰਿਆਣੇ ਦੇ ਵਿੱਚ ਲਾਸਟ ਤੇ 4 ਵਾਰੀ ਚੌਥੀ ਵਾਰੀ ਜਾ ਕੇ ਅਲਾਈਅੰਸ ਸਾਡਾ 10 ਦਿਨ ਰਹਿੰਦਾ ਜਿਹੜਾ ਇਲੈਕਸ਼ਨ ਤੋਂ ਟੁੱਟ ਗਿਆ। ਤੇ ਕੱਲ੍ਹ ਉਹ ਅਲਾਈਅੰਸ ਟੁੱਟ ਜਾਵੇ ਫਿਰ ਆਪਾਂ ਲੋਕਾਂ ਨੂੰ ਜਵਾਬ ਕੀ ਦੇਣਾ ਵੀ ਅਸੀਂ ਹੁਣ ਤੱਕੜੀ ਮੰਗਦੇ ਹਾਂ ਕਿ ਹਾਥੀ ਮੰਗਦੇ ਹਾਂ। ਜੇ ਸਾਰੇ ਸਮਝੌਤੇ ਤੁਹਾਡੇ ਹਿਸਾਬ ਨਾਲ ਅਗਰ ਸੀਟਾਂ ਦੀ ਵੰਡ ਠੀਕ ਨਹੀਂ ਹੁੰਦੀ, ਕੀ ਅੰਮ੍ਰਿਤ ਭੌਂਸਲੇ ਆਉਣ ਵਾਲੇ ਟਾਈਮ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਕਿਸੇ ਹੋਰ ਪਾਰਟੀ ਵੱਲੋਂ ਇਲੈਕਸ਼ਨ ਲੜ ਸਕਦਾ? ਦੇਖੋ, ਮੈਂ ਅੱਜ ਤੱਕ ਆਜ਼ਾਦ ਉਮੀਦਵਾਰ ਲੜਨ ਬਾਰੇ ਸੋਚਿਆ ਹੀ ਨਹੀਂ। ਦੂਜੀ ਗੱਲ ਹੈ ਵੀ ਅਸੀਂ ਦੂਜੀਆਂ ਪੋਲੀਟੀਕਲ ਪਾਰਟੀਆਂ ਬਾਰੇ ਵੀ ਕਦੀ ਸੋਚਿਆ ਨਹੀਂ। ਜਿਸ ਵਿਚਾਰਧਾਰਾ 'ਚ ਅਸੀਂ ਅੰਦੋਲਨ 'ਚ ਜੰਮੇ ਆ, ਪਲੇ ਆ, ਵੱਡੇ ਆ, ਉਹਦੇ ਮੁਤਾਬਕ ਸਾਨੂੰ ਕੋਈ ਹੋਰ ਇਦਾਂ ਦਾ ਘਰ ਨਹੀਂ ਲੱਭਣਾ। ਜੇ ਅਸੀਂ ਹੋਰ ਘਰ ਲੱਭਣਾ ਹੁੰਦਾ ਤਾਂ ਫਿਰ ਅਸੀਂ ਜਦੋਂ ਸਾਨੂੰ ਦੱਸਿਆ ਗਿਆ ਵੀ ਤੁਹਾਨੂੰ ਨਹੀਂ ਲੜਾਏ ਰਹੇ ਤਾਂ ਫਿਰ ਅਸੀਂ ਜਿਹੜਾ 2-3 ਮਹੀਨੇ ਇੱਧਰ ਜਦੋਜਹਿਦ ਕਰ ਰਹੇ ਹਾਂ ਟਿਕਟ ਦੇ ਲਈ ਕਿ ਫਲੋਰ 'ਚ ਜਿਹੜਾ ਆ ਉਹ ਸਾਨੂੰ ਹਾਥੀ ਮਿਲਣਾ ਚਾਹੀਦਾ, ਤਾਂ ਫਿਰ ਅਸੀਂ ਕਿਤੇ ਨਾ ਕਿਤੇ ਹੋਰ ਘਰ ਜਿਹੜਾ ਜਾ ਕੇ ਉਹ ਆਪਣਾ ਹੱਲ ਲੱਭ ਸਕਦੇ ਸੀਗੇ। ਅਤੇ ਜੇਕਰ ਭੌਂਸਲੇ ਨੇ ਹਾਥੀ ਮੰਗ ਲਿਆ ਤਾਂ ਭੌਂਸਲੇ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿਓ। ਚਮਕੌਰ ਸਾਹਿਬ ਆ, ਮਾਨਯੋਗ ਗੜੀ ਸਾਹਿਬ ਨੇ ਪਹਿਲਾਂ ਟਾਰਗੇਟ ਕੀਤਾ ਚਮਕੌਰ ਸਾਹਿਬ ਤੋਂ ਇਲੈਕਸ਼ਨ ਲੜਨ ਦੇ ਲਈ, ਅਤੇ ਮਸ਼ੀਨੀ ਕੋੜੇ ਭਜਾਏ, ਮੋਟਰਸਾਈਕਲ ਭਜਾਏ, ਉੱਥੇ ਬੜਾ ਜਲੌ ਲੈ ਕੇ ਗਏ। ਜਦੋਂ ਜਲੌ ਲੈ ਕੇ ਗਏ ਤਾਂ ਉੱਥੇ ਦਾ ਜਿਹੜਾ ਅਕਾਲੀ ਦਲ ਦਾ ਇੰਚਾਰਜ ਸੀਗਾ ਉਹਨੇ ਅਨਾਊਂਸਮੈਂਟ ਕਰ ਦਿੱਤੀ ਕਿ ਮੈਂ ਇਸ ਸੀਟ ਤੋਂ ਇੰਡੀਪੈਂਡੈਂਟ ਲੜਨਾ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਜੇ ਤੱਕ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਉੱਤੋਂ ਤੱਕ ਕਿ ਹਾਲਾਤ ਇਹ ਬਣਾ ਦਿੱਤੇ ਜਾਂ ਤੁਸੀਂ ਹਾਥੀ ਤੋਂ ਲੜ ਲਓ ਜਾਂ ਅਸੀਂ ਫਿਰ ਸੀਟ ਚੇਂਜ ਕਰਕੇ ਤੁਹਾਨੂੰ ਉੱਥੋਂ ਲੜਾ ਦਾਂਗੇ। ਤਾਂ ਬਹੁਜਨ ਸਮਾਜ ਪਾਰਟੀ ਕੋਲ ਕੋਈ ਆਪਸ਼ਨ ਨਹੀਂ ਹੈਗੀ ਆਪਣੇ ਵਰਕਰ ਨੂੰ ਖੁਸ਼ ਰੱਖਣ ਦੇ ਲਈ, ਆਪਣੇ ਵਰਕਰ ਨੂੰ ਨਾਲ ਲੈਣ ਲਈ, ਉਹਨੂੰ ਗਲਵੱਕੜੀ 'ਚ ਲੈਣ ਲਈ, ਉਹਨੂੰ ਨਾਲ ਲੈ ਕੇ ਚੱਲਣ ਦੀ ਸਿਰਫ ਇੱਕੋ ਨਿਸ਼ਾਨਾ ਆ ਵੀ ਜਿਹੜਾ ਕੋਈ ਬੋਲਦਾ ਉਹਦੀ ਜ਼ਬਾਨ ਕੱਟ ਦਿਓ, ਉਹਦੀ ਧੌਣ ਕੱਟ ਦਿਓ, ਉਹਨੂੰ ਪਾਰਟੀ 'ਚੋਂ ਕੱਢ ਦਿਓ, ਉਹਨੂੰ ਠੋਕ ਦਿਓ। ਇਹ ਕਿਤੇ ਨਾ ਕਿਤੇ ਜਿਹੜਾ ਆ ਸਾਡੇ ਅੰਦੋਲਨ ਦੇ ਨਾਲ ਜਿਹੜਾ ਧੱਕਾ ਆ ਔਰ ਤਾਨਾਸ਼ਾਹੀ ਰਵੱਈਆ ਆ, ਤਾਂ ਮੈਂ ਇਹਦੀ ਨਿੰਦਾ ਵੀ ਕਰਦਾ ਆ। ਔਰ ਮੈਂ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦਾ ਸੱਚਾ ਸਿਪਾਹੀ ਹਾਂ ਔਰ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦੇ ਵਿੱਚੋਂ ਹੀ ਜਿਹੜਾ ਉਹ ਮੈਂ ਚਾਹਾਂਗਾ ਜੇ ਮੈਨੂੰ ਲੋਕ ਕਹਿਣਗੇ ਕਿ ਤੁਸੀਂ ਜਿਹੜਾ ਆ ਅਸੀਂ ਤੁਹਾਨੂੰ MLA ਦੇਖਣਾ ਚਾਹੁੰਦੇ ਹਾਂ, ਤਾਂ ਮੈਂ ਸਾਹਿਬ ਕਾਂਸ਼ੀ ਰਾਮ ਦੇ ਅੰਦੋਲਨ ਦੇ ਵਿੱਚੋਂ BSP ਦੇ ਵਿੱਚੋਂ ਹੀ MLA ਬਣਨਾ ਚਾਹਾਂਗਾ। ਕੋਈ ਮੇਰੀ ਇੱਦਾਂ ਦੀ ਨਿੱਜੀ ਲਾਲਸਾ ਨਹੀਂ ਹੈਗੀ। ਅਸੀਂ ਤਾਂ ਸਿਰਫ ਇਸ ਕਰਕੇ ਆਏ ਹਾਂ ਕਿ ਜਿਹੜਾ ਵਿਅਕਤੀ ਆਉਂਦਾ ਆ ਉਹ ਸਾਡੀ ਪਿੱਠ ਛੁਰਾ ਮਾਰ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਤੋਂ MLA ਬਣਨ ਲਈ ਭੱਜ ਜਾਂਦਾ। ਜਿਹੜਾ MLA ਇਹ ਕਹੇ ਵੀ BSP ਵਾਲੇ ਬੀੜੀਆਂ ਸੈਕਟਾਂ 'ਤੇ ਵਿਕਣ ਵਾਲੇ ਲੋਕ ਆ, ਮੈਂ ਪਤਾ ਮੈਨੂੰ ਇਹਨਾਂ ਨੂੰ ਕਿੱਦਾਂ ਮੈਂ ਖਰੀਦਣਾ, ਮੈਨੂੰ ਪਤਾ ਵੀ ਮੈਂ BSP 'ਤੇ PhD ਕੀਤੀ ਆ, ਮੈਨੂੰ ਕਿਹਨੂੰ ਕਿੱਦਾਂ ਨਾਲ ਲੈ ਕੇ ਚੱਲਣਾ। ਅਤੇ ਫਿਰ ਸਾਡੀ ਤਾਂ ਅਸੀਂ ਤਾਂ ਗੈਰਤਮੰਦ ਅਣਖੀ ਲੋਕ ਆ, ਅਸੀਂ ਆਪਣੀ ਅਣਖ ਪਗਾਵਾਂਗੇ ਫਿਰ ਚਾਹੇ ਸਾਨੂੰ ਉਹਦੇ ਲਈ ਜੋ ਵੀ ਹੀਲਾ ਵਰਤਣਾ ਪਵੇ। ਅਸੀਂ ਬੀੜੀਆਂ ਸੈਕਟਾਂ 'ਤੇ ਵਿਕਣ ਵਾਲਾ ਨਾ ਮੇਰਾ ਸਮਾਜ ਆ ਨਾ ਮੇਰੇ ਲੋਕ ਆ। ਮੈਂ ਆਪਣੇ ਸਮਾਜ ਦੀ ਆਪਣੇ ਵਰਕਰ ਦੀ ਲੜਾਈ ਲੜਦਾ, ਮੈਂ ਕੋਈ ਨਿੱਜੀ ਲੜਾਈ ਨਹੀਂ ਲੜਦਾ। ਇਹ ਸਨ ਅੰਮ੍ਰਿਤਪਾਲ ਭੌਂਸਲੇ ਜੀ, ਜਿਨ੍ਹਾਂ ਨੇ ਆਪਣੀ ਨਾਰਾਜ਼ਗੀ ਵੀ ਦੱਸੀ ਤੇ ਕਿਹਾ ਕਿ ਜਿਹੜੀ ਸੀਟਾਂ ਦੀ ਵੰਡ ਆ ਅਕਾਲੀ ਦਲ ਬਸਪਾ ਸਮਝੌਤੇ ਦੇ ਵਿੱਚ ਉਹ ਠੀਕ ਨਹੀਂ ਹੋਈ। ਬੇਸ਼ੱਕ ਜਿਹੜਾ ਆ ਅਲਖ ਜਗਾਓ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਆ, ਲੇਕਿਨ ਕਿਤੇ ਨਾ ਕਿਤੇ ਵਰਕਰਾਂ ਦੇ ਵਿੱਚ ਅੰਦਰ ਕਿਸੇ ਪਾਸਿਓਂ ਕਿ ਸਹੀ ਤਰੀਕੇ ਨਾਲ ਜਿਹੜੀਆਂ ਸੀਟਾਂ ਮਿਲਣ, ਸਹੀ ਉਮੀਦਵਾਰ ਮਿਲਣ, ਉਹਨਾਂ ਨੂੰ ਲੈ ਕੇ ਰੋਸ ਆ ਉਹ ਵੇਖਣ ਨੂੰ ਮਿਲਿਆ ਹੈ। ਕੈਮਰਾਮੈਨ ਪਵਨ ਦੇ ਨਾਲ ਹਰਮਿੰਦਰ ਸਿੰਘ ਬਸਰਾ, ਫਗਵਾੜਾ।